ये कौन है? वो ये शेर आगा खान है। नहीं सर, ये मेरा बेटा संग्राम है। What do you mean? ਮੁਕੇਸ਼ ਰਿਸ਼ੀ ਜੀ ਉਹ ਐਜ ਏ ਪ੍ਰੋਡਿਊਸਰ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਆਪਣੇ ਬੇਟੇ ਦੇ ਨਾਲ ਪਹਿਲੀ ਵਾਰ ਪੰਜਾਬੀ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ। कुछ ना कुछ होना जरूर है, लेकिन होगा भी इस बार लालू प्रसाद। ਖਿਆਲ ਤੇ ਚੱਲ ਰਿਹਾ ਸੀ ਕਿਉਂਕਿ ਬੇਟਾ ਦਾ ਇੰਟਰਸਟ ਜਿਸ ਦੇਖਿਆ ਕਿ ਇਹਦੇ ਵਿੱਚ ਹੈ ਤਾਂ ਉਹਦੇ ਨਾਲ ਫਿਰ ਉਹਦੀ ਟ੍ਰੇਨਿੰਗ ਸ਼ੁਰੂ ਕਰਤੀ ਅਸਾਂ ਕਿ ਜੋ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਉਹ ਤਾਂ ਜ਼ਰੂਰੀ ਨੇ। ਉਹਦੇ ਬਗੈਰ ਤੇ ਕਿਸੇ ਵੀ ਮੈਦਾਨ 'ਚ ਉਤਰਨ ਦਾ ਕੋਈ ਮਤਲਬ ਨਹੀਂ ਬਣਦਾ, ਚਾਹੇ ਪ੍ਰੋਡਿਊਸਰ ਦਾ ਬੇਟਾ ਹੋਵੇ ਜਾਂ ਕੋਈ ਵੀ ਹੋਵੇ। जन्नत नसीब होगी मैनू। ਡਾਂਸ ਹੈ ਤਾਂ ਡਾਂਸ ਸਿੱਖੋ, ਐਕਸ਼ਨ ਹੈ ਤਾਂ ਐਕਸ਼ਨ ਸਿੱਖੋ। ਤਾਂ ਸਾਰੀਆਂ ਚੀਜ਼ਾਂ ਜੋ ਇੱਕ ਸਿੱਖਣੀਆਂ ਚਾਹੀਦੀਆਂ ਨੇ ਐਕਟਰ ਨੂੰ, ਉਹ ਸਾਰੀਆਂ ਉਹਨਾਂ ਨੂੰ ਪਹਿਲਾਂ ਹੀ ਮੈਂ ਸਿਖਾ ਚੁੱਕਿਆ ਸੀ। ਤੁਸੀਂ ਜ਼ਿਆਦਾਤਰ ਬਾਲੀਵੁੱਡ ਦੀਆਂ ਫਿਲਮਾਂ ਜਾਂ ਹੋਣ ਜਾਂ ਸਾਊਥ ਦੀਆਂ ਫਿਲਮਾਂ ਹੋਣ ਵਿਲਨ ਦਾ ਰੋਲ ਅਦਾ ਕੀਤਾ ਹੈ। ਇਸ ਵਿੱਚ ਦੋਨੋਂ ਬਾਪ ਬੇਟੇ ਦੇ ਰੋਲ ਦੇ ਵਿੱਚ ਨਜ਼ਰ ਆ ਰਹੇ ਹੋ ਜਾਂ ਅਜੇ ਆਪੋਜੀਟ ਵਿਲਨ ਨਜ਼ਰ ਆ ਰਹੇ ਹੋ ਤੁਸੀਂ? देश जो कुर्बानी मंगे तैयार है। ना दी कोई गुंजाइश ही नहीं है सर। ਬਿਲਕੁਲ ਐਸਾ ਨਹੀਂ ਹੈ ਕਿ ਮੈਂ ਸਿਰਫ ਕਿਉਂਕਿ ਮੈਂ ਸਾਰੀ ਲੈਂਗੁਏਜ 'ਚ ਕੰਮ ਕੀਤਾ ਉਹ ਸਾਰੀ ਲੈਂਗੁਏਜ ਦੇ ਵਿੱਚ ਪੋਜ਼ਿਟਿਵ ਰੋਲ ਵੀ ਕੀਤੇ, ਨੈਗੇਟਿਵ ਰੋਲ ਵੀ ਕੀਤੇ। ਅਸਲ ਲਾਈਫ ਦੇ ਵਿੱਚ ਵਿਲਨ ਵਾਲਾ ਰੋਲ ਹੈ ਜਾਂ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਕਿਉਂਕਿ ਸਭ ਜਾਣਦੇ ਨੇ ਤੁਹਾਡਾ ਜ਼ਿਆਦਾਤਰ ਨੈਗੇਟਿਵ ਰੋਲ ਰਹੇ ਨੇ ਫਿਲਮਾਂ ਦੇ ਵਿੱਚ। ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੇ ਰਿਸ਼ਤੇ ਹੁੰਦੇ ਨੇ ਤੁਹਾਡੇ, ਉਹ ਹੁੰਦਾ ਮੈਡਮ ਜਿਹੜੀ ਤੁਹਾਡੀ ਘਰ ਦੀ ਰਾਣੀ ਹੈ, ਜਿਹੜੇ ਘਰ ਸੰਭਾਲਦੀ ਹੈ, ਉੱਥੇ ਤੁਸੀਂ ਕੁਝ ਗੜਬੜ ਨਹੀਂ ਕਰ ਸਕਦੇ। ਉਹ ਘਰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਹੈ। ਤੁਹਾਡੀ ਸਿਹਤ ਦਾ ਰਾਜ ਕੀ ਹੈ? ਸਰੀਰ ਦਾ ਪੱਲਾ ਕਦੀ ਨਾ ਛੱਡੋ, ਕਿਉਂਕਿ ਤੁਸੀਂ ਅੱਜ ਨਹੀਂ 10 ਸਾਲ ਬਾਅਦ ਤੁਹਾਡੀ ਏਜ ਨੇ ਤੁਹਾਨੂੰ ਸਮਝਾਉਣਾ ਹੀ ਹੈ। ਤੁਸੀਂ ਉਸ ਤੋਂ ਪਹਿਲਾਂ ਸਮਝ ਜਾਓ। ਹੀਰੋ ਦਾ ਬੱਚਾ ਜਦੋਂ ਹੀਰੋ ਦੇ ਫਿਲਮੀ ਲਾਈਨ ਦੇ ਵਿੱਚ ਆਉਂਦਾ ਤਾਂ ਉਮੀਦਾਂ ਜ਼ਿਆਦੀਆਂ ਹੁੰਦੀਆਂ ਨੇ। ਤੁਹਾਨੂੰ ਕਿੰਨੀਆਂ ਕੁ ਉਮੀਦਾਂ ਨੇ ਰਾਜ ਬਤਾਉਂਗੇ? ਮੇਨ ਚੀਜ਼ ਇਹੀ ਹੈ ਕਿ ਤੁਸੀਂ ਮਿਹਨਤ ਕਰਦੇ ਰਹੋ। ਹਾਂ, ਇਹ ਨਾ ਕੋਈ ਕਿ ਯਾਰ ਇਹ ਮੁੰਡੇ ਨੂੰ ਤਾਂ ਆਉਂਦਾ ਹੀ ਨਹੀਂ ਸੀ ਹੈ, ਉਹਦੇ 'ਚ ਸਿਰਫ ਹਾਰ ਹੈ ਸਾਡੀ। ਮੁੰਡੇ ਨੂੰ ਕੰਮ ਆਉਂਦਾ ਸੀ, ਫਿਲਮ ਨਹੀਂ ਚਲੀ, ਡਿਫਰੈਂਟ ਇਸ਼ੂ। ਸਨੀ ਦਿਓਲ ਜੀ ਨਾਲ ਬਹੁਤ ਫਿਲਮਾਂ ਕੀਤੀਆਂ ਨੇ, ਕਿਸ ਤਰ੍ਹਾਂ ਦਾ ਵਿਹਾਰ ਰਹਿੰਦਾ ਸੀ ਉਹਨਾਂ ਦਾ? ਇਸ ਤਰ੍ਹਾਂ ਦਾ ਰਿਲੇਸ਼ਨ ਰਿਹਾ ਕਿ ਇਹ ਹੈ ਕਿ ਜਦ ਵੀ ਜਿੱਥੇ ਵੀ ਮਿਲਾਂਗੇ, ਚਾਹੇ ਬੌਬੀ ਮਿਲੇ ਜਾਂ ਸਨੀ ਮਿਲੇ, ਮੈਨੂੰ ਲੱਗਦਾ ਕਿ ਵੀ ਹੈਵ ਰਿਸਪੈਕਟ ਫॉर ਈਚ ਅਦਰ। ਅੱਜ ਨਿਡਰ ਫਿਲਮ ਪੰਜਾਬੀ ਫਿਲਮ ਦੀ ਟੀਮ ਜਿਹੜੀ ਹੈ ਅੰਮ੍ਰਿਤਸਰ ਪਹੁੰਚੀ ਹੋਈ ਹੈ ਔਰ ਸਭ ਤੋਂ ਵੱਡੀ ਚੀਜ਼ ਹੈ ਇਹ ਬਾਲੀਵੁੱਡ ਦੇ ਮੰਨੇ ਪਰਮੰਨੇ ਜਿਹੜੇ ਅਭਿਨੇਤਾ ਨੇ ਮੁਕੇਸ਼ ਰਿਸ਼ੀ ਜੀ ਉਹ ਐਜ ਏ ਪ੍ਰੋਡਿਊਸਰ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਆਪਣੇ ਬੇਟੇ ਦੇ ਨਾਲ ਪਹਿਲੀ ਵਾਰ ਪੰਜਾਬੀ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਗੱਲਬਾਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੁਹਾਡਾ ਵੀ ਤੇ ਤੁਹਾਡਾ ਸਾਰਿਆਂ ਦਾ ਜਿਹੜੇ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ। ਪਹਿਲਾ ਸਵਾਲ ਇਹੀ ਹੈ ਜੀ, ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਪ੍ਰੋਡਿਊਸਰ ਬਣਦਾ? ਕਿਉਂਕਿ ਫਿਲਮਾਂ ਤੋਂ ਸਿੱਧਾ ਪ੍ਰੋਡਿਊਸਰ, ਪੰਜਾਬੀ ਫਿਲਮ ਵੀ ਕਿਵੇਂ ਮਨ ਦੇ ਵਿੱਚ ਵਿਚਾਰ? ਖਿਆਲ ਤੇ ਚੱਲ ਰਿਹਾ ਸੀ ਕਿਉਂਕਿ ਬੇਟਾ ਦਾ ਇੰਟਰਸਟ ਜਿਸ ਦੇਖਿਆ ਕਿ ਇਹਦੇ ਵਿੱਚ ਹੈ ਤਾਂ ਉਹਦੇ ਨਾਲ ਫਿਰ ਉਹਦੀ ਟ੍ਰੇਨਿੰਗ ਸ਼ੁਰੂ ਕਰਤੀ ਅਸਾਂ ਕਿ ਜੋ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਉਹ ਤਾਂ ਜ਼ਰੂਰੀ ਨੇ। ਉਹਦੇ ਬਗੈਰ ਤੇ ਕਿਸੇ ਵੀ ਮੈਦਾਨ 'ਚ ਉਤਰਨ ਦਾ ਕੋਈ ਮਤਲਬ ਨਹੀਂ ਬਣਦਾ, ਚਾਹੇ ਪ੍ਰੋਡਿਊਸਰ ਦਾ ਬੇਟਾ ਹੋਵੇ ਜਾਂ ਕੋਈ ਵੀ ਹੋਵੇ। ਤਾਂ ਉਹ ਸਾਰੀਆਂ ਚੀਜ਼ਾਂ ਸ਼ੁਰੂ ਕਰ ਲਈਆਂ। ਫਿਰ ਉਹ ਸਿਚੁਏਸ਼ਨ ਆ ਕਿ ਹੁਣ ਕੀ ਕੀਤਾ ਜਾਏ, ਲੋਕਾਂ ਨੂੰ ਮਿਲੇਗਾ ਜਾਂ ਫਿਰ ਮੈਂ ਕੁਝ ਕਰਾਂਗਾ। ਤਾਂ ਤਦ ਤੱਕ ਕਾਫੀ ਸਾਰੀ ਦੋਸਤਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕਰ ਚੁੱਕੇ ਸੀ। तो फिर ये आइडिया सारे ਨੂੰ पसंद आया कि पंजाबी फिल्म बनाई जाए, क्योंकि मैं खुद पंजाबी हाँ, जम्मू का रहने वाला, चंडीगढ़ का पढ़िया होया और चंडीगढ़ नाल मेरा जो लगाव है, मतलब कभी इंज लगता है कि मेरे घर नालों भी ज़्यादा है, क्योंकि मैं जिस तरह इतने रहा लोकल दोस्तों नाल रहा, अज भी दोस्त सारे इत्थे ही ने। तो फिर मैंने लगा कि क्यों ना बेटे लिए फिल्म बनाया जाए। फिर उस तरह डायरैक्टर साहब नाल मिले, राइटर मारूफ मिर्ज़ा उन्होंने मिले। अच्छी चीज़ ये थी कि ਆਪਣੇ ਬੇਟੇ ਨਾਲ ਬਣਾਉਣੀ ਸੀ, ਉਹਦੀ ਸਾਰੀਆਂ ਕਮਜ਼ੋਰੀਆਂ, ਅੱਛਾਈਆਂ, ਬੁਰਾਈਆਂ ਮੈਨੂੰ ਪਤਾ ਸੀ। ਫਿਰ ਅਸੀਂ ਉਹੀ ਚੀਜ਼ ਡਾਇਰੈਕਟਰ ਨੂੰ ਦੱਸਿਆ, ਫਿਰ ਉਹ ਕੀ ਚੀਜ਼ ਬੈਟਰ ਕਰ ਸਕਦੇ ਆ। ਫਿਰ ਜੋ ਸਿੱਖਣਾ ਸੀ, ਮੈਂ ਇਸ ਚੀਜ਼ 'ਤੇ ਬਹੁਤ ਧਿਆਨ ਦਿੱਤਾ। ਡਾਂਸ ਹੈ ਤਾਂ ਡਾਂਸ ਸਿੱਖੋ, ਐਕਸ਼ਨ ਹੈ ਤਾਂ ਐਕਸ਼ਨ ਸਿੱਖੋ। ਤਾਂ ਸਾਰੀਆਂ ਚੀਜ਼ਾਂ ਜੋ ਇੱਕ ਸਿੱਖਣੀਆਂ ਚਾਹੀਦੀਆਂ ਨੇ ਐਕਟਰ ਨੂੰ, ਉਹ ਸਾਰੀਆਂ ਉਹਨਾਂ ਨੂੰ ਪਹਿਲਾਂ ਹੀ ਮੈਂ ਸਿਖਾ ਚੁੱਕਿਆ ਸੀ। ਔਰ ਉਹਦੇ ਬਾਅਦ ਉਹਨਾਂ ਨਾਲ ਇਤਨੀ ਪ੍ਰੈਕਟਿਸ ਮੈਂ ਕਰ ਚੁੱਕਿਆ ਸੀ ਸੀਨਸ ਦੀ, ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਆਪਣੇ ਨੂੰ ਪਾਣਾ, ਉਹਨੂੰ ਪਾਣਾ, ਤਾਂ ਕਿ ਉਹਦਾ ਉਹ ਚੀਜ਼ ਖਤਮ ਹੋ ਗਈ ਸੀ। ਜਦੋਂ ਅਸੀਂ ਕੋਈ ਸੀਨ ਕਰ ਰਹੇ ਹਾਂ ਤਾਂ ਉਹਨੂੰ ਇਸ ਚੀਜ਼ ਦੀ ਪ੍ਰੋਬਲਮ ਨਹੀਂ ਸੀ ਆਉਂਦੀ ਕਿ ਮੈਂ ਤੂੰ ਕਰਕੇ ਬੁਲਾ ਰਿਹਾ। ਤਾਂ ਇਹੋ ਹੀ ਚੀਜ਼ ਚਾਹੁੰਦਾ ਸੀ ਮੈਂ ਕਿ ਇਹ ਚੀਜ਼ ਜਿਹੜੀ ਹੈ ਖਤਮ ਹੋ ਜਾਣੀ ਚਾਹੀਦੀ ਹੈ, ਕਿਉਂਕਿ ਜਿਸ ਤੁਸੀਂ ਕੰਮ ਕਰਨ ਜਾਂਦੇ ਹੋ ਉਸ ਜੋ ਕੰਮ ਕਹਿੰਦਾ ਉਹੀ ਤੁਸੀਂ ਕਰਦੇ ਹੋ। ਤਾਂ ਉੱਥੇ ਪੁੱਜਣ ਤੱਕ ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ, ਨਾ ਹੀ ਉਹਨੂੰ ਪ੍ਰੋਬਲਮ ਆਈ ਕਿ ਸ਼ਰਮ ਆ ਰਹੀ ਹੈ ਜਾਂ ਕਿਸ ਤਰ੍ਹਾਂ ਕਰੇਗਾ, ਨਹੀਂ। ਫਿਰ ਬਾਕੀ ਚੀਜ਼ਾਂ ਡਾਇਰੈਕਟਰ ਸਾਹਿਬ ਹੁੰਦੇ ਨੇ, ਉਹ ਗਾਈਡ ਕਰ ਦਿੰਦੇ ਨੇ ਤੁਹਾਨੂੰ। ਤਾਂ ਉਸ ਮਾਹੌਲ ਦੇ ਵਿੱਚ ਇਹ ਡਿਸੀਜਨ ਲਿਆ ਗਿਆ ਕਿ ਅਸੀਂ ਫਿਲਮ ਬਣਾਵਾਂਗੇ ਇਸ ਤਰ੍ਹਾਂ ਦੀ, ਔਰ ਇਸ ਤਰ੍ਹਾਂ ਦੀ ਸੋਚ ਸੀ ਹੋਏਗੀ, ਉਸ ਫਿਲਮ ਦੀ ਖੁਸ਼ਬੂ ਇਸ ਤਰ੍ਹਾਂ ਦੀ ਹੋਏਗੀ। ਇਹ ਵੀ ਅਸੀਂ ਸੋਚਿਆ, ਐਸਾ ਕੁਝ ਨਹੀਂ ਕਿ ਫਿਲਮ ਆਉਂਦਾ ਗਿਆ ਚਲੋ ਇਹ ਵੀ ਡਾਲਤੇ ਨਾ, ਐਸਾ ਕੁਝ ਨਹੀਂ। ਹਰ ਚੀਜ਼ ਜੋ ਅਸੀਂ ਸੋਚ ਸਕਦੇ ਸੀ ਅੱਛੀ ਤਰ੍ਹਾਂ ਉਹਨੂੰ ਸੋਚ ਕੇ ਪਾਇਆ। हाँ यार ये गलत चीज़ है, एक सिर्फ एक्शन इसलिए नहीं होएगा कि मुंडा तगड़ा है, लंबा है, इसके लिए एक्शन नहीं जी।
ਐਕਸ਼ਨ ਕਿਉਂ ਹੋਣਾ ਚਾਹੀਦਾ, ਕਿਉਂਕਿ ਕਹਾਣੀ ਕਹਿੰਦੀ ਪਈ ਹੈ। ਕਹਾਣੀ 'ਚ ਕੋਈ ਜਦ ਮੇਰੀ ਤੁਹਾਡੀ ਕੋਈ ਐਸੀ ਆਰਗੂਮੈਂਟ ਹੋ ਗਈ ਹੈ ਤੇ ਤਾਂ ਹੀ ਮੈਂ ਉੱਚੀ ਆਵਾਜ਼ 'ਚ ਬੋਲਾਂਗਾ। ਜੇ ਮੈਂ ਕਿਸ ਤਰ੍ਹਾਂ ਬੋਲ ਸਕਣਾ ਬਾਈ ਤਾਂ ਉਹ ਜੋ ਜ਼ਰੂਰਤ ਸੀ ਕਹਾਣੀ ਦੀ ਉਹ ਅਸੀਂ ਕੀਤਾ, ਉੱਦਾਂ ਦੀ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਛਾ ਲੱਗ ਰਿਹਾ ਸੁਣ ਕੇ ਕਿ ਜਦ ਸਾਡਾ ਪ੍ਰੋਮੋ ਰਿਲੀਜ਼ ਹੋਇਆ, ਟੀਜ਼ਰ ਜੋ ਰਿਲੀਜ਼ ਹੋਇਆ, ਉਹਦੀ ਜੋ ਚੀਜ਼ਾਂ ਪਤਾ ਚੱਲਦੀਆਂ ਨੇ ਕਿ ਬੱਚੇ ਮਹਿਸੂਸ ਕਰ ਰਹੇ ਨੇ ਕਿ ਕੋਈ ਡਿਫਰੈਂਟ ਚੀਜ਼ ਲੱਗ ਰਹੀ ਹੈ ਉਹਨਾਂ ਨੂੰ, ਤਾਂ ਇਹਦੇ 'ਚ ਨਾਲ ਮੈਨੂੰ ਖੁਸ਼ੀ ਦੀ ਗੱਲ ਹੈ। ਵੈਸੇ ਜਿਵੇਂ ਕਿ ਤੁਸੀਂ ਜ਼ਿਆਦਾਤਰ ਬਾਲੀਵੁੱਡ ਦੀਆਂ ਫਿਲਮਾਂ ਜਾਂ ਹੋਣ ਜਾਂ ਸਾਊਥ ਦੀਆਂ ਫਿਲਮਾਂ ਹੋਣ, ਵਿਲਨ ਦਾ ਰੋਲ ਅਦਾ ਕੀਤਾ ਹੈ। ਇਸ ਵਿੱਚ ਦੋਨੋਂ ਬਾਪ ਬੇਟੇ ਦੇ ਰੋਲ ਦੇ ਵਿੱਚ ਨਜ਼ਰ ਆ ਰਹੇ ਹੋ ਜਾਂ ਐਜ ਏ ਆਪੋਜੀਟ ਵਿਲਨ ਨਜ਼ਰ ਆ ਰਹੇ ਹੋ ਤੁਸੀਂ? देखिए कहानी तो फादर सन की कहानी है, वो जिस देखेंगे तो सानू पता चलेगा। लेकिन बिल्कुल ऐसा नहीं है कि मैं सिर्फ, क्योंकि मैं सारी लैंग्वेज काम किया और सारी लैंग्वेज दे विच पॉजिटिव रोल भी किए, नैगेटिव रोल भी किए, तां ही शायद मेरा जो सर्वाइवल मेरा जो इन्ने सालों का चल रहा है, शायद यही उसका एक नतीजा रहा कि जब लोग इस तो पहले थक जान, ऊपर वाला वाहिगुरू कोई रस्ता खोल दिंदा सी, कोई पॉजिटिव रोल आ जाता सी। तो अज भी इस तरह ही हो रहा है। इस दे बाद जी मैं एक फिल्म की है वो भी सुन के तुसी खुश हो जाओगे, क्योंकि एक फिल्म बहुत साल पहले आई सी जिसका नाम सी नानक नाम जहाज़ है। ਉਹੀ ਫਿਲਮ ਜਿਹੜੀ ਹੈ ਉਸੇ ਨਾਂ ਦੀ ਫਿਲਮ ਅੱਜ ਦੇ ਮਾਹੌਲ ਦੇ ਵਿੱਚ, ਅੱਜ ਦੀ ਸੋਚ ਵਿੱਚ ਉਹ ਫਿਲਮ ਕੀਤੀ, ਔਰ ਉਹ ਜਿਹੜਾ ਰੋਲ ਪ੍ਰਿਥਵੀ ਰਾਜ ਕਪੂਰ ਜੀ ਨੇ ਕੀਤਾ ਸੀ ਉਹ ਰੋਲ ਮੈਂ ਕੀਤਾ। ਤਾਂ ਆਟੋਮੈਟਿਕਲੀ ਵਾਹਿਗੁਰੂ ਜਦ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਨਾ, ਤਾਂ ਕੋਈ ਨਾ ਕੋਈ ਰਸਤੇ ਉੱਪਰ ਵਾਲਾ ਤੁਹਾਡੇ ਲਈ ਖੋਲ੍ਹਦਾ ਰਹਿੰਦਾ ਹੈ। ਤਾਂ ਦੋਸਤੋ ਅੱਜ ਦੀ ਇੰਟਰਵਿਊ ਬਹੁਤ ਮਜ਼ੇਦਾਰ ਹੋਣ ਵਾਲੀ ਹੈ, ਕਿਉਂਕਿ ਸਭ ਤੋਂ ਮਜ਼ੇਦਾਰ ਇਸ ਲਈ ਵੀ ਹੋਣ ਵਾਲੀ ਹੈ ਕਿਉਂਕਿ ਮੁਕੇਸ਼ ਰਿਸ਼ੀ ਜਿਹੜੇ ਕਿ ਫਿਲਮਾਂ ਦੇ ਵਿੱਚ ਜ਼ਿਆਦਾਤਰ ਵਿਲਨ ਦਾ ਰੋਲ ਕਰਦੇ ਨੇ। ਤੁਹਾਡੀ ਸਿਹਤ ਦਾ ਰਾਜ ਕੀ ਹੈ ਸਭ ਤੋਂ, ਕਿਉਂਕਿ ਅੱਜ ਤਾਈਂ ਫਿੱਟ ਨਜ਼ਰ ਆਉਂਦੇ ਹੋ, ਟੱਚਵੁੱਡ ਫਿੱਟ ਰਹਿਣਾ ਚਾਹੀਦਾ। ਇਹ ਕਿ ਇੱਕ ਤੇ ਬਚਪਨ ਬੜਾ ਖੁੱਲਾ ਗੁਜ਼ਾਰਿਆ ਦਾ, ਉਹ ਖੇਤਾਂ 'ਚ ਦੌੜਨਾ, ਨਹਿਰਾਂ 'ਚ ਨਹਾ ਲੈਣਾ ਔਰ ਖੁੱਲੇ ਮੈਦਾਨਾਂ 'ਚ ਨੰਗੀ ਪੈਰੀ ਦੌੜਨਾ, ਫੁੱਟਬਾਲ ਵੀ ਖੇਲ ਲੈਣਾ, ਹਾਕੀ ਵੀ ਖੇਲ ਲੈਣੀ। कुछ फिर ਵੱਡੇ ਹੋ ਕਾਲਜ ਹੋ ਕੇ ਕਾਲਜ ਲੈਵਲ ਵੀ ਖੇਲਿਆ, ਕ੍ਰਿਕਟ ਵੀ ਖੇਲਿਆ, ਐਥਲੀਟ ਵੀ ਰਿਹਾ ਮੈਂ। ਲੇਕਿਨ ਉਹ ਜਿਹੜਾ ਮਾਹੌਲ, ਜਿਹੜਾ ਸਰੀਰ ਦੀ ਲੁੱਕ ਆਫਟਰ ਕਰਨੇ ਦਾ ਜਿਹੜੀ ਮੇਰੀ ਸੋਚ ਸੀ ਨਾ, ਉਹ ਕਦੀ ਖਤਮ ਨਹੀਂ ਹੋਈ। ਮੈਂ ਅੱਜ ਵੀ ਉਤਨੀ ਸ਼ਿੱਦਤ ਦੇ ਨਾਲ, ਉਤਨੀ ਇੱਜ਼ਤ ਦੇ ਨਾਲ ਉਹ ਐਕਸਰਸਾਈਜ਼ ਦਾ ਟਾਈਮ ਮੈਂ ਆਪਣੇ ਲਈ ਕੱਢਦਾ ਔਰ ਮੈਨੂੰ ਬਹੁਤ ਅੱਛਾ ਲੱਗਦਾ। ਉਹ ਮੇਰੀ ਮਜਬੂਰੀ ਨਹੀਂ ਹੈ, ਉਹ ਮੇਰੀ ਅਸਲੀ ਆਕਸੀਜਨ ਹੈ। ਇਹੀ ਮੈਂ ਸਾਰਿਆਂ ਨੂੰ, ਬੱਚਿਆਂ ਨੂੰ ਕਹਾਂਗਾ ਕਿ ਸਰੀਰ ਦਾ ਪੱਲਾ ਕਦੀ ਨਾ ਛੱਡੋ, ਕਿਉਂਕਿ ਤੁਸੀਂ ਅੱਜ ਨਹੀਂ 10 ਸਾਲ ਬਾਅਦ ਤੁਹਾਡੀ ਏਜ ਨੇ ਤੁਹਾਨੂੰ ਸਮਝਾਉਣਾ ਹੀ ਹੈ। ਤੁਸੀਂ ਉਸ ਤੋਂ ਪਹਿਲਾਂ ਸਮਝ ਜਾਓ, ਉਸ ਤੋਂ ਪਹਿਲਾਂ ਸਮਝੋਗੇ ਤੇ ਤੁਹਾਡੀ ਬਾਈ ਦੀ ਟਾਈਮ ਤੁਸੀਂ 16-17 ਸਾਲ ਖੇਲਣਾ ਸ਼ੁਰੂ ਕੀਤਾ ਜਾਂ ਉਸ ਤੋਂ ਪਹਿਲੇ, ਜਦੋਂ ਤੁਸੀਂ 30-35 ਦੇ ਹੋ ਜਾਓਗੇ ਨਾ, ਤੁਸੀਂ ਖੁਦ ਮਹਿਸੂਸ ਕਰਨੇ ਲੱਗੋਗੇ ਕਿ ਤੁਹਾਡਾ ਸਰੀਰ ਤੁਹਾਡਾ ਸਾਥ ਦੇ ਰਿਹਾ ਹੈ। ਔਰ ਜੇ ਤੁਸੀਂ ਉਸ ਵਕਤ ਸ਼ੁਰੂ ਕਰੋਗੇ ਤੇ ਫਿਰ ਤੁਹਾਨੂੰ ਟਾਈਮ ਲੰਘ ਜਾਂਦਾ, ਫਿਰ ਤੁਸੀਂ ਤੁਹਾਡੀ ਹੋਰ ਅੱਗੇ ਵਧੋਗੇ ਤਾਂ ਵੀ ਤੁਹਾਨੂੰ ਲੱਗੇਗਾ ਕਿ ਤੁਹਾਡਾ ਸਰੀਰ ਤੁਹਾਡਾ ਸਾਥ ਦੇ ਰਿਹਾ। ਅਤੇ ਸਰੀਰ ਨੂੰ ਇੱਕ ਆਪਣਾ ਐਸਾ ਦੋਸਤ ਸਮਝੋ, ਤੁਸੀਂ ਇਕੱਲਿਆਂ ਵੀ ਉਹਦੇ ਨਾਲ 2-2.5 ਘੰਟੇ ਗੁਜ਼ਾਰ ਸਕਦੇ ਹੋ, ਕੋਈ ਹੋਵੇ ਨਾ ਹੋਵੇ। ਤਾਂ ਮੈਂ ਇਸ ਲੈਵਲ ਦੀ ਸੋਚ ਪਾਉਣਾ ਤੁਹਾਡੇ ਦਿਮਾਗ 'ਚ ਕਿ ਤੁਸੀਂ ਐਕਸਰਸਾਈਜ਼ ਨੂੰ ਆਪਣਾ ਦੋਸਤ ਬਣਾਓ, ਉਹਦੇ ਲਈ ਟਾਈਮ ਜ਼ਰੂਰ ਕੱਢੋ। ਔਰ ਐਕਸਰਸਾਈਜ਼ ਦਾ ਮਤਲਬ ਸਿਰਫ ਜਿਮ ਨਹੀਂ ਹੈ, ਐਕਸਰਸਾਈਜ਼ ਕਿਧਰੇ ਵੀ ਕਰ ਸਕਦੇ ਹੋ, ਤੁਸੀਂ ਗਰਾਊਂਡ 'ਚ ਕਰ ਸਕਦੇ ਹੋ, ਸਕੂਲ ਦੇ ਬੱਚਿਆਂ ਦੇ ਸਕੂਲ ਚਲੇ ਜਾਓ, ਉੱਥੇ ਪੁੱਲ ਅਪਸ ਹੋਣਗੀਆਂ, ਚੀਜ਼ਾਂ ਪਈਆਂ ਹੋਣਗੀਆਂ, ਜਿਮ ਕਰ ਸਕਦੇ ਹੋ, ਜਿਮ ਕਰੋ, ਲੇਕਿਨ ਇਮਾਨਦਾਰੀ ਨਾਲ ਕਰੋ। ਬਾਲੀਵੁੱਡ, ਸਾਊਥ ਫਿਲਮਾਂ, ਪੰਜਾਬੀ ਫਿਲਮਾਂ ਸਭ ਤੋਂ ਜ਼ਿਆਦਾ ਨਾਲ, ਜਿਵੇਂ ਕਿ ਬਾਲੀਵੁੱਡ ਨਾਲ ਮਜ਼ਾ ਆਉਂਦਾ, ਸਾਊਥ ਨਾਲ ਜਾਂ ਪੰਜਾਬੀ? ਦੇਖਿਏ, ਅਗਰ ਤੁਸੀਂ ਕਿਸੇ ਜੋ ਵੀ ਕੰਮ ਕਰ ਰਹੇ ਹੋ ਇਹਦਾ ਤੁਸੀਂ ਚੈਲੰਜ ਨਹੀਂ ਲਓਗੇ ਨਾ, ਫਿਰ ਤੁਸੀਂ ਤੁਹਾਨੂੰ ਮਜ਼ਾ ਹੀ ਨਹੀਂ ਆਉਣਾ। ਹਰ ਫਿਲਮ ਇੱਕ ਚੈਲੰਜ ਹੈ। ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈ ਕਿ ਤੁਸੀਂ ਆਪਣਾ ਕੰਮ ਕਰਕੇ ਜਾਣਾ। ਸਾਰੀ ਫਿਲਮ ਦਾ ਤਾਂ ਕੰਟਰੋਲ ਹੁੰਦਾ ਨਹੀਂ ਤੁਹਾਡਾ। ਔਰ ਸਾਊਥ ਇੰਡੀਆ 'ਚ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਅਸੀਂ ਹਿੰਦੀ ਦੀਆਂ ਕੁਝ ਫਿਲਮਾਂ ਕਰਕੇ, ਜਿਵੇਂ ਮੈਂ ਸਾਊਥ 'ਚ ਪੁੱਛਦਾ, ਉਸ ਦੇ ਸਾਹਮਣੇ ਲਾਈਨਾਂ ਆਉਂਦੀਆਂ ਨੇ, ਪਸੀਨਾ ਆਉਣ ਲੱਗ ਪੈਂਦਾ ਕਿ ਲੈਂਗੁਏਜ ਨਹੀਂ ਆਉਂਦੀ ਤੁਹਾਨੂੰ। ਉਸ ਲੈਂਗੁਏਜ ਦੇ ਵਿੱਚ ਆਪਣੇ ਆਪ ਨੂੰ ਇਸ ਕਾਬਿਲ ਬਣਾਉਣਾ ਕਿ ਇਹ ਸੀਨ ਮੈਂ ਕਰਕੇ ਜਾਣਾ ਔਰ ਬੋਲ ਕੇ ਜਾਣਾ, ਜਿਸ ਤਰ੍ਹਾਂ ਵੀ ਹੋਏਗਾ। ਤਾਂ ਉਹ ਮਿਹਨਤ ਜਿਹੜੀ ਹੈ, ਉਹ ਤੁਹਾਡੀ ਜਿੰਨੀ ਵੀ ਐਕਸਪੀਰੀਅੰਸ ਹੈ ਨਾ, ਸਭ ਤੁਸੀਂ ਬੱਚੇ ਬਣ ਜਾਂਦੇ ਹੋ। ਜਦ ਤੱਕ ਉਹ ਲਾਈਨਾਂ ਤੁਸੀਂ ਬੋਲਦੇ ਨਹੀਂ ਨਾ, ਬੱਚਿਆਂ ਦੀ ਤਰ੍ਹਾਂ ਤੁਹਾਡੇ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਨੇ। ਤਾਂ ਚੈਲੰਜ ਆਟੋਮੈਟਿਕ ਚੈਲੰਜ ਹੈ। ਤਾਂ ਇਹ ਵੀ ਚੈਲੰਜ ਜਿਹੜਾ ਹੈ, ਰਸਤਾ ਦੱਸਿਆ ਵਾਹਿਗੁਰੂ ਨੇ ਸਾਨੂੰ। ਇਹ ਕਿਸਮਤ ਸੀ ਸਾਡੀ ਕਿ ਅੱਜ ਤੁਸੀਂ ਦੇਖੋ, ਤੇਲਗੂ, ਤਮਿਲ, ਮਲਿਆਲਮ, ਕੰਨੜ, ਇੱਕ ਅੱਧੀ ਭੋਜਪੁਰੀ ਕਰਨੀ ਸੀ ਮੈਨੂੰ, ਕਿਉਂਕਿ ਸਰਕਲ ਪੂਰਾ ਕਰਨਾ ਸੀ। ਉੜੀਆ ਵੀ ਕਰ ਲਈ, ਪੰਜਾਬੀ ਵੀ ਵਿੱਚ ਅੱਛੀ ਫਿਲਮਾਂ ਜਿਹੜੀਆਂ ਮੈਨੂੰ ਦਿਲ ਕਰਦਾ, ਜਿਸ ਤਰ੍ਹਾਂ 2 ਇਹ ਰੈਡੀ ਨੇ, ਤਾਂ ਕੋਈ ਹੋਰ ਆਏਗੀ ਉਹ ਕਰਾਂਗੇ। ਤਾਂ ਇਹ ਮੈਂ ਸਮਝਦਾ ਕਿ ਉੱਪਰ ਵਾਲਾ ਜੋ ਰਸਤਾ ਖੋਲ੍ਹਦਾ, ਮੈਂ ਉਹਦੀ ਇੱਜ਼ਤ ਕਰਦਾ। ਇਸ ਕਰਕੇ ਮੈਨੂੰ ਹਰ ਚੀਜ਼ 'ਚ ਚੈਲੰਜ ਹੈ। ਵੈਸੇ ਅਸਲ ਲਾਈਫ ਦੇ ਵਿੱਚ ਵਿਲਨ ਵਾਲਾ ਰੋਲ ਹੈ ਜਾਂ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਕਿਉਂਕਿ ਸਭ ਜਾਣਦੇ ਨੇ ਤੁਹਾਡਾ ਜ਼ਿਆਦਾਤਰ ਨੈਗੇਟਿਵ ਰੋਲ ਰਹੇ ਨੇ ਫਿਲਮਾਂ ਦੇ ਵਿੱਚ, ਤਾਂ ਪਰਿਵਾਰ ਵਾਲੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਉਹਨਾਂ ਵਿੱਚ ਵਿਲਨ ਦਾ ਰੋਲ ਹੀ ਅਦਾ ਕਰਦੇ ਹੋ ਜਾਂ ਹੀਰੋ ਦਾ ਰੋਲ ਅਦਾ? ਦੇਖੋ,
ਘਰ ਦੇ ਵਿੱਚ ਵੀ ਨਾ ਮਾਹੌਲ ਚੇਂਜ ਹੁੰਦੇ ਨੇ। ਅਗਰ ਛੋਟੇ ਬੱਚੇ ਨੂੰ ਮੈਂ ਆਪਣੇ ਨੂੰ ਡਰਾਇਆ ਤੇ ਉਹ ਡਰ ਗਿਆ ਤਾਂ ਉਹ ਸਾਰੀ ਜ਼ਿੰਦਗੀ ਨਹੀਂ ਚੱਲਣ ਵਾਲਾ। ਹੁਣ ਤੁਸੀਂ ਉਹਨੂੰ ਦਾ ਸਾਈਜ਼ ਦੇਖ ਹੀ ਲਿਆ ਹੈ, ਉਹ ਮੇਰੇ ਜੁੱਤੇ ਪਾ ਜਾਂਦਾ, ਮੈਂ ਉਹਦੇ ਪਾਣਾ ਹੈ, ਉਹ ਮੇਰੀ ਟੀ-ਸ਼ਰਟ ਪਾਉਂਦਾ, ਮੈਂ ਉਹਦੀ ਪਾਣਾ, ਤੇ ਇਹਨੂੰ ਵਿਲਨ ਬਣ ਕੇ ਮੈਂ ਸਮਝਾ ਸਕਣਾ ਨਹੀਂ। ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੇ ਰਿਸ਼ਤੇ ਹੁੰਦੇ ਨੇ ਤੁਹਾਡੇ, ਉਹ ਹੁੰਦਾ ਮੈਡਮ ਜਿਹੜੀ ਤੁਹਾਡੀ ਘਰ ਦੀ ਰਾਣੀ ਹੈ, ਜਿਹੜੇ ਘਰ ਸੰਭਾਲਦੀ ਹੈ, ਉੱਥੇ ਤੁਸੀਂ ਕੁਝ ਗੜਬੜ ਨਹੀਂ ਕਰ ਸਕਦੇ। ਉਹ ਘਰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਹੈ, ਤੇ ਐਡਜਸਟ ਕਰਨਾ ਪੈਂਦਾ ਹੈ ਸਾਰਿਆਂ ਦੀ। ਤੁਸੀਂ ਖੁਦਾ ਨਹੀਂ ਬਣੋ, ਕਦੀ ਵੀ ਇਨਸਾਨ ਨੂੰ ਖੁਦਾ ਨਹੀਂ ਬਣਨਾ ਚਾਹੀਏ। ਸਾਹਮਣੇ ਵਾਲਾ ਇਨਸਾਨ ਜਿਹੜਾ ਉਹ ਵੀ ਇਕੁਅਲੀ, ਵਾਈਫ ਜਿਹੜੀ ਉਹ ਵੀ ਤੁਹਾਡੇ ਘਰ ਦੇ ਉੱਤੇ ਸਭ ਕੁਝ ਨਿਛਾਵਰ ਕਰ ਰਹੀ ਹੈ, ਕਿਧਰ ਜਾਣਾ ਨਹੀਂ, ਬੱਚਿਆਂ ਨਾਲ ਦੇਖਣਾ, ਬੱਚਿਆਂ ਦੇ ਆਪਣੇ ਰੋਲ ਨੇ, ਮਾਂ-ਬਾਪ ਦਾ ਰੋਲ ਕਦੀ ਖਤਮ ਨਹੀਂ ਹੁੰਦਾ। ਐਜ ਏ ਪ੍ਰੋਡਿਊਸਰ ਬੇਟੇ ਨਾਲ ਕਿਸ ਤਰ੍ਹਾਂ ਦਾ ਰਿਹਾ? ਕਿਉਂਕਿ ਕੋਈ ਪਲੱਸ ਪੁਆਇੰਟ ਮਿਲਦਾ ਸੀ ਉਹਨਾਂ ਨੂੰ ਜੇ ਪਿਤਾ ਜੀ ਪੈਸੇ ਲਾ ਰਹੇ ਨੇ ਫਿਲਮ ਦੇ ਉੱਪਰ, ਕੋਈ ਲੇਟ ਉੱਠ ਜਾਣਗੇ, ਕਿਉਂਕਿ ਸ਼ੂਟਿੰਗ ਦਾ ਟਾਈਮ ਰਹਿੰਦਾ ਹਮੇਸ਼ਾ ਕੋਈ ਨਾ ਕੋਈ, ਇੰਨੇ ਵਜੇ ਨਾਲ ਸੈੱਟ ਤੇ ਪਹੁੰਚਣਾ, ਤਾਂ ਜਿਹੜੀ ਇਸ ਤਰ੍ਹਾਂ ਦਾ ਹੋਇਆ ਕਿ ਬੇਟੇ ਨੇ ਪਲੱਸ ਪੁਆਇੰਟ ਕੀਤਾ ਹੋ ਜੇ ਪਿਤਾ ਜੀ ਮੈਂ ਲੇਟ ਆ ਰਿਹਾ ਦੁਨੀਆ 'ਚ? नहीं, मैं पहले दिन ही जिस वक्त शूटिंग शुरू होगी उस दिन ही कहता सी कि तेरा रूम अलग है, पहले भी अलग सी, तेरा रूम आज तो अलग है और मेरा अलग ही है, लेकिन मैं तेरे रूम च आने वाला नहीं है कहने वास्ते कि सुबह इतने बजे उठना, जल्दी सो जाना, ये मत खाना, ये मेरा काम नहीं है। इज़ ओवर नाउ यू आर ए सोल्जर, यहाँ मैदान है और मैदान जंग में करके बताओ, ये टाइम आ गया। तो इस सिचुएशन ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਸੀ ਸ਼ੂਟਿੰਗ ਵਾਸਤੇ। ਔਰ ਮੈਨੂੰ ਲੱਗਦਾ ਮੈਂ ਪੂਰੀ ਸ਼ੂਟਿੰਗ ਦੇ ਦੌਰਾਨ ਮੈਂ ਇੱਕ ਵਾਰੀ ਵੀ ਇਸ ਵਾਰ ਫੋਨ ਇਸ ਕਰਕੇ ਨਹੀਂ ਕੀਤਾ ਕਿ ਤੂੰ ਸਵੇਰੇ ਕਿਉਂ ਨਹੀਂ ਉੱਠਿਆ ਬਾਈ, ਨੋ ਡਾਇਰੈਕਟਰਾਂ ਦਾ ਕੰਮ ਸੀ, ਕੋਈ 6 ਵਜੇ ਜਾਣਾ ਵੀ ਹੈ, 2 ਘੰਟੇ ਦੂਰ ਡਰਾਈਵ ਹੈ, ਉਹ ਉਸਦੀ ਡਿਊਟੀ ਹੈ ਜੀ। ਰਾਤੀ ਤੁਸੀਂ 10 ਵਜੇ ਆਏ ਹੋ, ਠੰਡ ਹੈ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ 6 ਵਜੇ ਨਹੀਂ ਉੱਠੋਗੇ, ਨੋ ਯੂ ਆਰ ਅ ਸੋਲਜਰ। ਸਰ ਜਿਵੇਂ ਕਿ ਇੱਕ ਹੀਰੋ ਦਾ ਬੱਚਾ ਜਦੋਂ ਹੀਰੋ ਦੇ ਫਿਲਮੀ ਲਾਈਨ ਦੇ ਵਿੱਚ ਆਉਂਦਾ ਤਾਂ ਉਮੀਦਾਂ ਜ਼ਿਆਦੀਆਂ ਹੁੰਦੀਆਂ ਨੇ, ਤੁਹਾਨੂੰ ਕਿੰਨੀਆਂ ਕੁ ਉਮੀਦਾਂ ਨੇ ਰਾਜੀ ਬਤਾਉਣਗੇ ਤੁਹਾਡੇ ਤੋਂ ਬਿਹਤਰ ਹੀਰੋ ਬਣ ਪਾਏਗਾ, ਵਿਲਨ ਬਣ ਪਾਏਗਾ, ਕਿੰਨੀਆਂ ਕੁ ਉਮੀਦਾਂ ਨਾਲ? ਉਮੀਦ ਕੋਈ ਨਹੀਂ, ਮੈਂ ਬਹੁਤ ਹੀ ਸੈਲਫ ਮੇਡ ਇਨਸਾਨ ਹਾਂ, ਖੁਦ ਬਣਾਇਆ ਆਪਣੇ ਨੂੰ, ਉਹ ਖੁਦ ਹੀ ਗਲਤੀਆਂ ਦਿਖਦੀਆਂ ਸੀ ਮੈਨੂੰ, ਕਿਉਂਕਿ ਸਾਨੂੰ ਕਿਸੇ ਨੇ ਜੱਫੀ ਪਾ ਕੇ ਨਹੀਂ ਕਿਹਾ ਕਿ ਬੇਟਾ ਐਸੇ ਨਹੀਂ ਐਸੇ ਕਰ, ਕਿਸੇ ਨੇ ਨਹੀਂ ਕਿਹਾ, ਅਸੀਂ ਖੁਦ ਹੀ ਸਿੱਖਦੇ ਰਹੇ। ਉਹੀ ਚੀਜ਼ਾਂ ਇਹਦੇ ਦਿਮਾਗ 'ਚ ਪਾਤੀਆਂ ਨੇ। ਆਪਣੇ 'ਤੇ ਭਰੋਸਾ ਹੋਣਾ ਚਾਹੀਦਾ, ਆਪਣਾ ਕੰਮ ਆਉਣਾ ਚਾਹੀਦਾ ਇੱਕ, ਔਰ ਉਸ ਕੰਮ ਦੇ ਅੰਦਰ ਇਤਨੀ ਗੁੰਜਾਇਸ਼ ਹਮੇਸ਼ਾ ਰਹੇ ਕਿ ਸਿੱਖਦੇ ਰਹੋ। ਤੁਸੀਂ ਕਦੀ ਵੀ ਕੰਪਲੀਟ ਨਹੀਂ ਹੋ ਸਕਦੇ। ਉਹਦੇ ਲਈ ਤੁਸੀਂ ਅਮਿਤ ਜੀ ਤੋਂ ਵੱਡਾ ਕੀ ਹੋ ਸਕਦਾ ਤੁਹਾਡੇ ਸਾਹਮਣੇ ਐਗਜ਼ਾਮਪਲ? ਇਤਨੇ ਵੱਡੇ ਕਲਾਕਾਰ ਅੱਜ ਦੀ ਏਜ ਵਿੱਚ ਵੀ ਚੈਲੰਜੇਬਲ ਰੋਲ ਮਿਲਦੇ ਨੇ ਉਹਨਾਂ ਨੂੰ, ਉਹ ਚੈਲੰਜ ਲੈਂਦੇ ਨੇ, ਚੈਲੰਜ ਨਾਲ ਕਰਦੇ ਨੇ। ਤੋ ਮੇਨ ਚੀਜ਼ ਇਹੀ ਹੈ ਕਿ ਤੁਸੀਂ ਮਿਹਨਤ ਕਰਦੇ ਰਹੋ। ਹਾਂ, ਇਹ ਨਾ ਕੋਈ ਕਿ ਯਾਰ ਇਹ ਮੁੰਡੇ ਨੂੰ ਤਾਂ ਆਉਂਦਾ ਹੀ ਨਹੀਂ ਸੀ ਹੈ, ਉਹਦੇ 'ਚ ਸਿਰਫ ਹਾਰ ਹੈ ਸਾਡੀ। ਮੁੰਡੇ ਨੂੰ ਕੰਮ ਆਉਂਦਾ ਸੀ, ਫਿਲਮ ਨਹੀਂ ਚਲੀ, ਡਿਫਰੈਂਟ ਇਸ਼ੂ। ਜਿਵੇਂ ਕਿ ਰਾਜੂ ਜੀ ਮੁੰਬਈ ਦੇ ਵਿੱਚ ਪੜ੍ਹੇ ਨੇ, ਉੱਥੇ ਪਲੇ ਨੇ, ਤਾਂ ਪੰਜਾਬ ਦੇ ਵਿੱਚ ਐਡਜਸਟ ਹੋਣਾ ਕਿੰਨਾ ਕੁ ਟਫ ਰਿਹਾ ਉਹਨਾਂ ਲਈ, ਕਿੰਨੀ ਕੁ ਮੁਸ਼ਕਿਲਾਂ ਰਹੀਆਂ? ਦੇਖੀਏ, ਜਿਹੜੀ ਉਹਨੂੰ ਟ੍ਰੇਨਿੰਗ ਜਿਹੜੀ ਦੇਣੀ ਸੀ ਅਸੀਂ ਪਹਿਲਾਂ ਤੋਂ, ਉਹ ਸ਼ੁਰੂ ਹੋ ਗਏ ਸੀ ਅਸੀਂ ਕਿ ਇੱਕ ਮੇਰੇ ਫਿਲਮ ਕੀਤੀ ਜੱਟ ਜੇਮਸ ਬਾਂਡ, ਉਹ ਪੂਰੀ ਫਿਲਮ 1 ਮਹੀਨਾ ਮੈਂ ਅਸਿਸਟ ਕਰਵਾਈ। और मैं नहीं आया थे, मैं जो मेरा रोल शुरू होया मैं तो आया तो 1 महीना, और मैंने साफ कहता है कि तू उस तरह ही रहेगा जिस तरह तेन असिस्टेंट की पोजीशन 'ਚ रखणगे, ਉਹਦੇ 'ਚ ਕੁਛ ਤੇਰੀ ਉਹ ਸਪੈਸ਼ਲ ਡਿਮਾਂਡ ਨਹੀਂ ਹੋਏਗੀ, ਉਸ ਤਰ੍ਹਾਂ ਹੀ ਰਿਹਾ। ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਕਿ ਇਹ ਤਕਲੀਫ ਤਾਂ ਹੀ ਬਰਦਾਸ਼ਤ ਕਰ ਰਿਹਾ ਕਿਉਂਕਿ ਉਹਦਾ ਇੰਟਰਸਟ ਹੈ ਉਹਦੇ ਵਿੱਚ। ਤਾਂ ਉਹਨੇ ਕੀ ਚੀਜ਼ਾਂ ਅਸੀਂ ਨੂੰ ਪਹਿਲਾਂ ਹੀ ਸਿਖਾਤੀਆਂ ਸੀ, ਦੱਸਤੀਆਂ ਸੀ ਇਹਨੂੰ। तो ਉਹਦੇ ਬਾਅਦ ਤੇ ਫਿਰ ਤੁਹਾਡੀ ਆਪਣੀ ਮਿਹਨਤ ਹੁੰਦੀ ਹੈ। ਵਾਂਸ ਯੂ ਆਰ, ਤੁਸੀਂ ਕੈਮਰੇ ਦੇ ਸਾਹਮਣੇ ਆ ਗਏ, ਫਿਰ ਤੁਹਾਡਾ ਕਿੰਨੇ ਕੀ ਸਿਖਾਇਆ, ਕਿੰਨੇ ਕੀ ਕਿਹਾ, ਉਹ ਸਭ ਨਹੀਂ ਜਾਂਦਾ ਸਰ। ਉਹ ਫਿਰ ਉੱਥੇ ਛੱਕਾ ਤੁਸੀਂ ਮਾਰਨਾ ਗਰਾਊਂਡ 'ਚ। ਲਾਸਟ ਸਵਾਲ ਹੈ ਜੀ ਮੇਰਾ, ਜਿਵੇਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ, ਪਲੇਟਫਾਰਮ ਵਧੀਆ ਮਿਲ ਜਾਂਦਾ, ਕਿਸੇ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਲਈ ਅੱਛਾ ਪਲੇਟਫਾਰਮ ਮਿਲ ਜਾਂਦਾ ਹੈ। ਹੁਣ ਆਡੀਸ਼ਨ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਸੋਸ਼ਲ ਮੀਡੀਆ ਦੇ ਸਟਾਰ ਬਣ ਜਾਂਦੇ ਨੇ, ਤਾਂ ਕਿਵੇਂ ਦੇਖਦੇ ਹੋ ਇਸ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ? ਤੁਸੀਂ ਵੀ ਆਏ ਦਿਨ ਬਹੁਤ ਸਾਰੀਆਂ ਰੀਲਸ ਬਣਾਉਂਦੇ ਹੋ, ਅਸੀਂ ਦੇਖਦੇ ਹਾਂ ਕਿ ਵਿਲਨ ਤੋਂ ਸਿੱਧਾ ਹੀ ਫਨੀ ਵੀਡੀਓਜ਼ ਆ ਰਹੀਆਂ ਨੇ ਤੁਹਾਡੀਆਂ, ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਪਲੇਟਫਾਰਮ? ਦੇਖੀਏ, ਹਰ ਚੀਜ਼ ਦੀ ਇੱਕ ਟੈਕਨੀਕ ਹੁੰਦੀ ਹੈ, ਹਰ ਚੀਜ਼ ਦੀ। ਔਰ ਜਿੰਨੀਆਂ ਲਾਈਨਾਂ ਮੈਂ ਇਸ ਤੁਹਾਡੇ ਨਾਲ ਬੋਲੀਆਂ ਨੇ, ਅਗਰ ਇਹ ਫਿਲਮ 'ਚ ਬੋਲਣੀਆਂ ਹੁੰਦੀਆਂ ਨਾ ਤੇ 6 ਦਿਨ ਦਾ ਕੰਮ ਹੈ, ਠੀਕ ਹੈ? ਕਿਉਂਕਿ ਮੇਰੀ ਲਾਈਨ, ਫਿਰ ਤੁਹਾਡੀ ਲਾਈਨ, ਫਿਰ 1 ਘੰਟੇ ਦਾ ਗੈਪ, ਮੈਂ ਚਲਾ ਗਿਆ, ਫਿਰ ਮੂਡ ਨੂੰ ਤੁਸੀਂ ਵਾਪਸ ਲਿਆਉਣਾ। ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਆਦਮੀ ਸੋਸ਼ਲ ਮੀਡੀਆ 'ਤੇ ਬਹੁਤ ਅੱਛੀ ਚੀਜ਼ਾਂ ਕਰ ਰਿਹਾ ਉਹ ਫਿਲਮਾਂ 'ਚ ਵੀ ਅੱਛਾ ਹੋਏਗਾ। ਨਹੀਂ, ਫਿਲਮਾਂ 'ਚ ਅੱਛਾ ਹੋਣ ਵਾਸਤੇ ਉਹਨੂੰ ਉੱਥੇ ਪ੍ਰੂਵ ਕਰਨਾ ਪਏਗਾ। ਯੈਸ, ਉਹ ਕਲਾ ਵੀ ਹਿੱਸਾ ਹੈ, ਉਹਦਾ ਉਹਨੂੰ ਫਾਇਦਾ ਹੋ ਸਕਦਾ ਹੈ, ਲੇਕਿਨ ਛੋਟੇ ਛੋਟੇ ਟੁਕੜਿਆਂ ਨੂੰ ਪਿਰੋ ਕੇ ਮਾਲਾ ਬਣਦੀ ਹੈ ਸਿਨੇਮਾ, ਹੈ ਨਾ? ਕਈ ਵਾਰੀ
ਥੋੜਾ ਜਿਹਾ ਤੁਸੀਂ ਰੋਏ, ਉਹਦੇ ਬਾਅਦ पूरा दिन गया, रात 10 बजे वारी आई है जी, वो जो सीन सुबह हो किया था उसका शॉट बाकी है। ਹੁਣ ਤੁਸੀਂ ਸੋਚਦੇ ਰਹੋ ਯਾਰ ਮੈਂ ਕਿਸ ਤਰ੍ਹਾਂ ਰੋਇਆ ਸੀ, ਨਹੀਂ ਸਰ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਇਮੋਸ਼ਨ ਤੇ ਤੁਸੀਂ ਬੰਦ ਕੀਤਾ ਔਰ ਉਹ ਇਮੋਸ਼ਨ ਨੂੰ ਆਪਣੇ ਅੰਦਰ ਲੌਕ ਕਰ ਲਿਆ, ਫਿਰ ਭਾਵੇਂ ਜੋ ਮਰਜ਼ੀ ਕਰਦੇ ਰਹੋ ਵਾਪਸ ਤੁਸੀਂ ਉੱਥੋਂ ਹੀ ਸ਼ੁਰੂ ਕਰੋਗੇ। ਤਾਂ ਇਹ ਟੈਕਨੀਕਸ ਹੈਗੀਆਂ ਸਿਨੇਮਾ ਦੀਆਂ, ਕੋਈ ਜ਼ਰੂਰੀ ਨਹੀਂ। ਮੈਂ ਸਮਝਦਾ ਕਿ ਜੋ ਕਾਮਯਾਬ ਜਿੱਥੇ ਹੈ, ਅਗਰ ਸੋਸ਼ਲ ਮੀਡੀਆ ਤੇ ਕਾਮਯਾਬ ਹੈ ਵੈਰੀ ਗੁੱਡ, ਲੇਕਿਨ ਅਗਰ ਡਿਫਰੈਂਟ ਗਰਾਊਂਡ 'ਚ ਆ ਕੇ ਕਰਨਾ ਚਾਹ ਰਿਹਾ ਉਹਨੂੰ ਪ੍ਰੂਵ ਕਰਨਾ ਪਏਗਾ। ਸਰ ਇਹ ਸਾਰੇ ਜਾਣਨਾ ਚਾਹੁੰਦੇ ਨੇ ਕਿ ਸਨੀ ਦਿਓਲ ਜੀ ਨਾਲ ਬਹੁਤ ਫਿਲਮਾਂ ਕੀਤੀਆਂ ਨੇ, ਕਿਸ ਤਰ੍ਹਾਂ ਦਾ ਵਿਹਾਰ ਰਹਿੰਦਾ ਸੀ ਉਹਨਾਂ ਦਾ ਤੁਹਾਡੇ ਨਾਲ, ਕਿਸ ਤਰ੍ਹਾਂ ਦੀ ਟਿਊਨਿੰਗ ਰਹੀ ਹੈ? ਮੈਂ ਤਾਂ ਕਿਉਂਕਿ ਉਹਨਾਂ ਵਾਸਤੇ ਜੋ ਬੋਲਣਾ ਚਾਹੁੰਦੇ ਹੋ ਤੁਸੀਂ ਸਪੈਸ਼ਲੀ। ਦੇਖੇ ਧਰਮਜੀਤ ਸਨੀ ਫੈਮਿਲੀ ਸਾਰੀ ਸਪੈਸ਼ਲ ਹੈ। ਮੈਂ ਬॉबी ਨਾਲ ਵੀ ਕੰਮ ਕੀਤਾ। ਧਰਮਜੀਤ ਦੀ ਤੇ ਨਾ ਤਸਵੀਰਾਂ ਜਿਨ੍ਹਾਂ ਦੀ ਅਲਮਾਰੀ 'ਚ ਲਗਾਈਆਂ ਉਹ ਧਰਮਜੀਤ ਵੀ ਉਹਨਾਂ 'ਚੋਂ ਨੇ, ਹੈ ਨਾ। ਤੇ ਜਦੋਂ ਮੈਂ ਆਇਆ ਤਾਂ ਬਹੁਤ ਸਾਰੀ ਰਿਸਪੈਕਟ ਸੀ ਉਹਨਾਂ ਲਈ। ਔਰ ਜਦੋਂ ਸਨੀ ਨਾਲ ਕੰਮ ਕੀਤਾ ਉਦੋਂ ਸਨੀ ਮੇਰਾ ਸੀਨੀਅਰ ਹੀ ਸੀ, बॉबी ਨਾਲ ਵੀ ਕੰਮ ਕੀਤਾ, ਤਾਂ ਉਹ ਰਿਸਪੈਕਟ ਤੇ ਰਹਿੰਦੀ ਹੈ ਕਿ ਤੁਸੀਂ ਸੀਨੀਅਰ ਨਾਲ ਕੰਮ ਕਰ ਰਹੇ ਹੋ। ਲੇਕਿਨ ਸਨੀ ਦੀ ਇੱਕ ਆਪਣੀ ਨੇਚਰ ਹੈ, ਥੋੜ੍ਹੇ ਕੁਆਇਟ ਰਹਿੰਦੇ ਨੇ, ਆਪਣੇ ਹੀ ਖਾਸ ਜਿਨ੍ਹਾਂ ਨਾਲ ਉੱਠਣਾ ਬੈਠਣਾ ਉਹਨਾਂ ਨਾਲ ਹੀ ਗੱਪਸ਼ਪ ਮਾਰਦੇ ਨੇ ਉਹ। ਲੇਕਿਨ ਉਹਦੇ ਨਾਲ ਸਾਡੀ ਇਸ ਚੀਜ਼ ਦੇ ਵਿੱਚ ਕੋਈ ਰੁਕਾਵਟ ਨਹੀਂ ਸੀ ਕਿ ਅਸੀਂ ਮਿਲ ਕੇ ਗੱਲ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਸ਼ਾਟ ਦੇ ਬਾਅਦ ਮਿਲ ਨਹੀਂ ਸਕਦੇ। ਐਸਾ ਕਦੀ ਕੁਛ ਨਹੀਂ ਹੁਆ। ਉਹ ਸਾਰਾ ਅਸੀਂ ਇੰਜੋਏ, ਸਭ ਮੇਨ ਚੀਜ਼ ਹੈ ਕਿ ਇੰਜੋਏ ਕਰਨਾ। ਕभी ਮੈਨੂੰ ਯਾਦ ਹੈ ਇੰਡੀਅਨ ਫਿਲਮ ਕਰਦੇ ਪਏ ਸੀ ਅਤੇ ਉਹਨਾਂ ਦਾ ਕੁੱਕ ਖਾਣਾ ਉਹਨਾਂ ਬਣਾਉਂਦਾ ਸੀ, तो मैनू कई बार उन्होंने मैसेज पहुँचाना, तो वो चिकन शिकन उन्हों का मुंडा बनाता सी ते मुकेश आ जा खा लेते हैं। तो इस तरह दी चीज़ां होंदियां जिहड़ियां थानू हमेशा याद रहिंदियां ने। तो इस तरह का रिलेशन रहा कि ये है कि जब भी जिथे भी मिलांगे, चाहे बॉबी मिले या सनी मिले, मैनू लगता है कि वी हैव रिस्पैक्ट फॉर ईच अदर। ਬਹੁਤ ਧੰਨਵਾਦ ਹੈ ਜੀ, ਬੈਸਟ ਆਫ ਲੱਕ ਆਪਣੀ ਮੂਵੀ ਲਈ। ਤਾਂ ਨਿਡਰ ਮੂਵੀ ਦੀ ਜਿਹੜੀ ਸਟਾਰ ਕਾਸਟ ਅੱਜ ਅੰਮ੍ਰਿਤਸਰ ਪਹੁੰਚੀ ਹੈ। ਹੋਰ ਵੀ ਗੱਲਬਾਤ ਕਰਾਂਗੇ, ਫਿਲਮ ਦੇ ਹੀਰੋ ਹੀਰੋਇਨ ਵੀ ਇੱਥੇ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਨਾਲ।